ਵੈਲ ਆਈਐਲਸ ਦੀ ਪ੍ਰੈਪਰੇਸ਼ਨ ਅਗਰ ਕੋਈ ਬੱਚਾ ਘਰੇ ਬਹਿ ਕੇ ਕਰਨਾ ਚਾਹੁੰਦਾ ਹੈ ਤੇ ਉਹਨੂੰ ਬਹੁਤ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ। ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਪੜ੍ਹਨਾ ਕਿੱਥੋਂ ਹੈ, ਮੈਂ ਆਪਣੀ ਕਾਪੀਜ਼ ਕਿੱਥੋਂ ਚੈੱਕ ਕਰਵਾਉਣੀਆਂ ਨੇ, ਮੈਂ ਆਪਣਾ ਰਿਵਿਊ ਕਿੱਥੋਂ ਲੈਣਾ, ਐਂਡ ਉਹਨੂੰ ਲਿਟਰਲੀ ਕੋਈ ਗਿਆਨ ਨਹੀਂ ਹੁੰਦਾ ਕਿ ਉਹਦੀ ਤਿਆਰੀ ਹੋ ਵੀ ਗਈ ਹੈ, ਕਿ ਉਹ ਪੇਪਰ ਦੇਣ ਲਈ ਹੁਣ ਰੈਡੀ ਵੀ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਉਹ ਸਾਰੀਆਂ ਗੱਲਾਂ ਐਲੈਬੋਰੇਟ ਕਰੂੰਗਾ ਵਿਚ ਕੈਨ ਬੀ ਵੈਰੀ ਹੈਲਪਫੁਲ। ਲੈਟਸ ਸੇ ਅਗਰ ਕੋਈ ਬੱਚਾ ਅਫੋਰਡ ਨਹੀਂ ਕਰ ਪਾ ਰਿਹਾ ਕੋਚਿੰਗ ਇੰਸਟੀਟਿਊਟ, ਜਾਂ ਕੋਈ ਬੱਚਾ ਇੰਨਾ ਟਾਈਮ ਨਹੀਂ ਕੱਢ ਪਾ ਰਿਹਾ, ਉਹ ਕਿਤੇ ਜੌਬ ਕਰ ਰਿਹਾ ਹੈ, ਕਿ ਉਹ ਆਪਣੇ ਲੈਵਲ ਤੇ ਇੰਡੀਪੈਂਡੈਂਟਲੀ ਆਈਐਲਸ ਦੀ ਪ੍ਰੈਪਰੇਸ਼ਨ ਕਿੱਦਾਂ ਕਰ ਸਕੇ। ਸੋ ਆਈ ਵਿਲ ਬੀ ਗੋਇੰਗ ਮੋਡਿਊਲ ਬਾਈ ਮੋਡਿਊਲ, ਮੈਂ ਮੋਡਿਊਲ ਬਾਈ ਮੋਡਿਊਲ ਗੱਲਬਾਤ ਕਰੂੰਗਾ। ਐਂਡ ਅਗਰ ਤੁਸੀਂ ਇਹ ਚੀਜ਼ਾਂ ਨੂੰ ਘਰੇ ਬਹਿ ਕੇ ਫੋਲੋ ਕਰੋਗੇ ਤਾਂ ਤੁਹਾਡਾ ਬੜੇ ਆਰਾਮ ਦੇ ਨਾਲ ਤੁਸੀਂ 2 ਮਹੀਨੇ ਵਿੱਚ ਜਾਂ ਕਹ ਲਓ ਕਿ 1.5 ਮਹੀਨੇ ਵਿੱਚ ਆਪਣੇ ਪ੍ਰੈਪਰੇਸ਼ਨ ਕਰ ਸਕਦੇ ਹੋ ਆਈਐਲਸ ਦੀ। ਸਭ ਤੋਂ ਪਹਿਲੀ ਚੀਜ਼, ਲੈਟਸ ਟਾਕ ਅਬਾਊਟ ਦ ਮੋਡਿਊਲਸ। ਆਪਾਂ ਮੋਡਿਊਲਸ ਬਾਰੇ ਗੱਲ ਕਰਦੇ ਹਾਂ। ਜਿਹੜੇ 4 ਮੋਡਿਊਲਸ ਨੇ ਉਹਨਾਂ ਵਿੱਚੋਂ ਸਭ ਤੋਂ ਪਹਿਲਾ ਮੋਡਿਊਲ ਜਿਹੜਾ ਕਿ ਬਹੁਤ ਡਿਫਿਕਲਟ ਮੰਨਿਆ ਜਾਂਦਾ, ਦੈਟ ਇਜ਼ ਰੀਡਿੰਗ। ਰੀਡਿੰਗ ਮੋਡਿਊਲ ਦੀ ਪ੍ਰੈਪਰੇਸ਼ਨ ਕਿੱਦਾਂ ਕਰਨੀ ਹੈ। ਮੈਂ ਪਹਿਲਾਂ ਇਹ ਦੱਸੂਗਾ ਕਿ ਰੀਡਿੰਗ ਇੰਪਰੂਵ ਕਿੱਦਾਂ ਕਰਨੀ ਹੈ, ਫਿਰ ਇਹ ਦੱਸੂਗਾ ਕਿ ਉਹਦੀ ਪ੍ਰੈਕਟਿਸ ਕਿੱਦਾਂ ਕਰਨੀ ਹੈ। ਬੇਟਾ ਰੀਡਿੰਗ ਇੰਪਰੂਵ ਕਰਨ ਦਾ ਸੌਖਾ ਤਰੀਕਾ ਜਿਹੜਾ ਹੈਗਾ ਉਹ ਇਹ ਹੈ ਕਿ ਤੁਸੀਂ ਵੱਧ ਤੋਂ ਵੱਧ ਰੀਡਿੰਗ ਕਰਨੀ ਸ਼ੁਰੂ ਕਰੋ, ਵੱਧ ਤੋਂ ਵੱਧ ਪੜ੍ਹਿਆ ਕਰੋ, ਵਿਚ ਕੈਨ ਬੀ ਫਰਮ ਦ ਨਿਊਜ਼ਪੇਪਰਸ, ਵਿਚ ਕੈਨ ਬੀ ਫਰਮ ਦ ਮੈਗਜ਼ੀਨਸ, ਵਿਚ ਕੈਨ ਬੀ ਫਰਮ ਦ ਬੁੱਕਸ। ਐਂਡ ਅਗਰ ਤੁਸੀਂ ਇਹ ਵੀ ਚੀਜ਼ਾਂ ਅਫੋਰਡ ਨਹੀਂ ਕਰ ਪਾਉਂਦੇ, ਦੈਨ ਤੁਹਾਡੇ ਕੋਲ ਅਗਰ ਬਹੁਤ ਸੌਖੀ ਚੀਜ਼ ਇੱਕ ਹੈਗੀ, ਦੈਟ ਇਜ਼ ਯੂਰ ਫੋਨ। ਫੋਨ ਦੇ ਵਿੱਚ ਜਸਟ ਜੋ ਕੰਟੈਂਟ ਸਾਹਮਣੇ ਆਉਂਦਾ, ਚਾਹੇ ਇੰਸਟਾ ਤੇ ਆਉਂਦਾ, ਚਾਹੇ ਫੇਸਬੁੱਕ ਤੇ ਆਉਂਦਾ, ਚਾਹੇ ਕਿਤੇ ਵੀ ਕੰਟੈਂਟ ਆਉਂਦਾ, ਵੇਅਰਐਵਰ ਯੂ ਆਰ ਸਟੈਂਡਿੰਗ, ਜਸਟ ਪੜ੍ਹਨ ਦੀ ਆਦਤ ਪਾਓ, ਪੜ੍ਹਨ ਦੀ ਆਦਤ ਐਂਡ ਉਸ ਚੀਜ਼ ਨੂੰ ਰਿਟੇਨ ਕਰਨ ਦੀ ਆਦਤ ਪਾਓ, ਬਿਕੋਜ਼ ਉਹ ਚੀਜ਼ ਤੁਹਾਡੀ ਰੀਡਿੰਗ ਵਿੱਚ ਓਵਰਆਲ ਤੁਹਾਡੀ ਹੈਲਪ ਕਰੇਗਾ। ਐਂਡ ਹੁਣ ਰੀਡਿੰਗ ਮੋਡਿਊਲ ਜਿਹੜਾ ਹੈਗਾ ਉਹਦੀ ਪ੍ਰੈਕਟਿਸ ਕਿੱਦਾਂ ਕਰਨੀ ਹੈ। ਬੇਟਾ ਰੀਡਿੰਗ ਮੋਡਿਊਲ ਦੀ ਪ੍ਰੈਕਟਿਸ ਕਰਨ ਦਾ ਸੌਖਾ ਤਰੀਕਾ ਜਿਹੜਾ ਹੈਗਾ, ਤੁਹਾਨੂੰ ਕੋਈ ਬੁੱਕ ਕਿਤੋਂ ਬਾਏ ਕਰਨ ਦੀ ਲੋੜ ਨਹੀਂ ਹੈਗੀ। 17 ਬੁੱਕਸ ਨੇ, there are 17 books of the Cambridge which are freely available online। ਠੀਕ ਹੈ, ਉਹਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦੂੰਗਾ। ਤੁਸੀਂ ਉਹ 17 ਬੁੱਕਸ ਨੂੰ ਡਾਊਨਲੋਡ ਕਰਕੇ, ਹਰ ਬੁੱਕ ਵਿੱਚ 4 ਟੈਸਟ ਨੇ, ਠੀਕ ਹੈ। ਸੋ ਉਹ 4 ਟੈਸਟ ਤੁਸੀਂ ਕਹ ਲਓ ਕਿ ਪਰ ਡੇ ਇੱਕ ਟੈਸਟ ਸੋਲਵ ਕਰਕੇ ਆਪਣੇ ਨੰਬਰਸ ਤੁਸੀਂ ਐਕਸੈਸ ਕਰ ਸਕਦੇ ਹੋ ਕਿ ਮੇਰੇ ਕਿੰਨੇ ਬੈਂਡ ਬਣਦੇ ਨੇ। ਲੈਟਸ ਸੇ ਅਗਰ ਕਿਸੇ ਦੇ 24 ਬਣਦੇ ਨੇ ਤੇ ਉਹ 6 ਬੈਂਡ ਹੋਣਗੇ, ਜੇ 27 ਬਣਦੇ ਨੇ ਤੇ ਉਹ 6.5 ਬੈਂਡ ਦੇ ਲਾਗੇ ਤੱਕ ਉਹਦੇ ਨੰਬਰ ਬਣਦੇ ਨੇ। ਸੋ ਮੈਂ ਜਿਹੜੀ ਗੱਲ ਕਰ ਰਿਹਾ ਉਹ ਬੜੇ ਧਿਆਨ ਨਾਲ ਸਮਝਣ ਵਾਲੀ ਹੈ ਕਿ ਤੁਸੀਂ ਅਗਰ ਰੀਡਿੰਗ ਦੀ ਪ੍ਰੈਪਰੇਸ਼ਨ ਖੁਦ ਕਰ ਰਹੇ ਹੋ, ਪ੍ਰੈਕਟਿਸ ਕਰਨੀ ਹੈ, ਤੇ ਤੁਹਾਡੇ ਕੋਲ ਕੰਟੈਂਟ ਅਵੇਲੇਬਲ ਹੈਗਾ, ਜਿੱਦਾਂ ਕਿ ਪੁਰਾਣੇ ਪੇਪਰ ਹੈਗੇ ਨੇ ਕੈਂਬਰਿਜ ਦੇ। ਸੋ ਉਹ ਪੇਪਰਾਂ ਨੂੰ ਤੁਸੀਂ ਖੁਦ ਸੋਲਵ ਕਰਕੇ ਆਪਣਾ ਲੈਵਲ ਖੁਦ ਚੈੱਕ ਕਰ ਸਕਦੇ ਹੋ। ਇਹ ਤਾਂ ਗੱਲ ਰਹੀ ਬੇਟਾ ਰੀਡਿੰਗ ਦੀ। ਅੱਛਾ, ਸੈਕੰਡ ਚੀਜ਼ ਜੋ ਤੁਹਾਨੂੰ ਕਰਨੀ ਚਾਹੀਦੀ ਹੈ, ਦੈਟ ਇਜ਼ ਲੈਟਸ ਟਾਕ ਅਬਾਊਟ ਯੂਰ ਲਿਸਨਿੰਗ। ਲਿਸਨਿੰਗ ਬਾਰੇ ਗੱਲ ਕਰਦੇ ਹਾਂ। ਲਿਸਨਿੰਗ ਦੀ ਅਗਰ ਪ੍ਰੈਪਰੇਸ਼ਨ ਕਰਨੀ ਹੈ ਤੇ ਵੱਧ ਤੋਂ ਵੱਧ ਤੁਹਾਨੂੰ ਪੋਡਕਾਸਟ ਸੁਣਨੇ ਚਾਹੀਦੇ ਨੇ, ਵੱਧ ਤੋਂ ਵੱਧ ਤੁਹਾਨੂੰ ਜਿਹੜੀ ਹੈਗੀ ਆ ਆਡੀਓ, ਜੋ ਕਹ ਲਓ ਕਿ ਬੁੱਕਸ ਹੁੰਦੀਆਂ ਨੇ, ਉਹਨਾਂ ਨੂੰ ਸੁਣਨਾ ਚਾਹੀਦਾ ਹੈ, ਆਡੀਓ ਸਟੋਰੀਜ਼ ਸੁਣਨੀ ਚਾਹੀਦੀਆਂ ਨੇ, ਬਿਕੋਜ਼ ਉਹਦੇ ਨਾਲ ਕੀ ਹੋਏਗਾ ਕਿ ਤੁਹਾਡੀ ਗ੍ਰੈਬਿੰਗ ਜਿਹੜੀ ਪਾਵਰ ਹੁੰਦੀ ਹੈ ਉਹ ਇੰਪਰੂਵ ਹੋਏਗੀ। ਐਂਡ ਅਗਰ ਗ੍ਰੈਬਿੰਗ ਪਾਵਰ ਤੁਹਾਡੀ ਇੰਪਰੂਵ ਹੁੰਦੀ ਹੈ, ਫਿਰ ਉਹਦੇ ਨਾਲ ਤੁਹਾਡੀ ਜੋ ਇੱਕ ਲਿਸਨਿੰਗ ਕਰਨ ਦੀ ਜੋ ਇੱਕ ਐਬਿਲਿਟੀ ਹੈ ਉਹ ਫਿਰ ਇੰਟੈਂਸੀਫਾਈ ਤਾਂ ਹੋਏਗੀ ਐਂਡ ਐਂਡ ਆਫ ਦਾ ਡੇ ਤੁਹਾਡੇ ਬੈਂਡ ਜਿਹੜੇ ਇੰਪਰੂਵ ਹੋਣਗੇ। ਐਂਡ ਲਿਸਨਿੰਗ ਦੀ ਅਗਰ ਪ੍ਰੈਕਟਿਸ ਕਰਨੀ ਹੈ, ਹੁਣ ਪ੍ਰੈਕਟਿਸ ਦੀ ਵੀ ਗੱਲ, ਉਹ ਜਿਹੜੀਆਂ 17 ਬੁੱਕਸ ਨੇ ਕੈਂਬਰਿਜ ਦੀਆਂ, ਉਹਨਾਂ ਵਿੱਚ ਲਿਸਨਿੰਗ ਵੀ ਹੁੰਦੀ ਹੈ। ਸੋ ਰੀਡਿੰਗ ਦੇ ਨਾਲ ਨਾਲ ਲਿਸਨਿੰਗ ਦੇ ਤੁਹਾਨੂੰ ਟੈਸਟ ਉੱਥੋਂ ਮਿਲ ਜਾਣਗੇ। ਐਂਡ ਅਗਰ ਲਿਸਨਿੰਗ ਦੇ ਉਹਨਾਂ ਟੈਸਟ ਦੀ ਜਿਹੜੀ ਆਡੀਓ, ਅਗਰ ਤੁਹਾਨੂੰ ਆਡੀਓ ਚਾਹੀਦੀ ਹੈ, ਤੁਸੀਂ ਕੁਛ ਨਹੀਂ ਕਰਨਾ, ਲਿਸਨਿੰਗ ਦੀ ਜੋ ਕਹ ਲਓ ਕਿ ਇੱਕ ਹੈਡਿੰਗ ਹੁੰਦੀ ਹੈ, ਉਹਨੂੰ YouTube ਤੇ ਸਰਚ ਕਰੋ, ਤੁਹਾਨੂੰ ਆਡੀਓਜ਼ ਮਿਲ ਜਾਣਗੇ, ਉਹ ਫ੍ਰੀਲੀ ਅਵੇਲੇਬਲ ਨੇ। ਆਡੀਓ ਲਾਓ, ਆਪਣਾ ਟੈਸਟ ਕੱਢੋ ਤੇ ਸੋਲਵ ਕਰਨਾ ਸ਼ੁਰੂ ਕਰ ਦਿਓ। ਐਂਡ ਯੂ ਵਿਲ ਸੀ ਕਿ ਵਿਦ ਪੈਸੇਜ ਆਫ ਟਾਈਮ ਤੁਹਾਡੇ ਇੰਪਰੂਵਮੈਂਟ ਹੋਣੀ ਸ਼ੁਰੂ ਹੋ ਰਹੀ ਹੈ, ਠੀਕ ਹੈ। ਸੋ 2 ਮੋਡਿਊਲ ਤੁਸੀਂ ਖੁਦ ਇੰਡੀਪੈਂਡੈਂਟਲੀ ਆਪਣੇ ਲੈਵਲ ਦੇ ਯੂ ਕੈਨ ਜਸਟ prepare and practice। ਐਂਡ ਅਗਰ ਕਿਸੇ ਨੂੰ ਰੀਡਿੰਗ ਸੋਲਵ ਕਰਨ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਮੈਥਡ 'ਚ ਪ੍ਰੋਬਲਮ ਆਉਂਦੀ ਹੈ ਕਿ ਕਿਹੜਾ ਕੁਐਸਚਨ ਪਹਿਲਾਂ ਕਰਨਾ, ਕਿਹੜਾ ਕੁਐਸਚਨ ਬਾਅਦ ਵਿੱਚ ਕਰਨਾ, ਉਹਦੀ ਮੈਂ ਇੱਕ ਵੱਖਰੀ ਪਲੇਲਿਸਟ ਬਣਾਈ ਹੈ ਵਿਚ ਇਜ਼ ਡੈਡੀਕੇਟਿਡ ਟੂ ਦ ਪ੍ਰੋਪਰ ਰੀਡਿੰਗ ਮੋਡਿਊਲ, ਦ ਬੇਸਿਕ ਰੀਡਿੰਗ ਮੋਡਿਊਲ, ਕਿ ਕਿੱਦਾਂ ਕਿਹੜਾ ਕੁਐਸਚਨ ਸੋਲਵ ਕਰਨਾ ਚਾਹੀਦਾ। ਉਸ ਇੱਕ ਵਾਰੀ ਪਲੇਲਿਸਟ ਨੂੰ, ਉਹਦੇ ਵਿੱਚ ਮੇਰੇ ਖਿਆਲ ਨਾਲ 11 ਵੀਡੀਓਜ਼ ਨੇ, 11-12 ਵੀਡੀਓਜ਼ ਵਿੱਚ ਮੈਂ ਪੂਰੀ ਦੀ ਪੂਰੀ ਰੀਡਿੰਗ ਮੋਡਿਊਲ ਦੇ ਜਿੰਨੇ ਵੀ ਮੈਥਡ ਨੇ ਸਾਰੇ ਕਵਰ ਕੀਤੇ ਹੋਏ ਨੇ, ਉਹਨਾਂ ਨੂੰ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ। ਐਂਡ ਲਿਸਨਿੰਗ ਦੀ ਵੀ ਇੱਕ ਵੱਖਰੀ ਪਲੇਲਿਸਟ ਬਣੀ ਹੋਈ ਹੈ ਕਿ ਉਹਦੇ ਵਿੱਚ MCQs ਕਿੱਦਾਂ ਕਰਨੇ ਨੇ, ਉਹਦੇ ਵਿੱਚ ਬਲੈਂਕਸ ਕਿੱਦਾਂ ਕਰਨੀਆਂ ਨੇ, ਤੁਸੀਂ ਉਸ ਕਹ ਲਓ ਕਿ ਪਲੇਲਿਸਟ ਨੂੰ ਫੋਲੋ ਕਰ ਸਕਦੇ ਹੋ। ਹੁਣ ਜਿੱਥੋਂ ਤੱਕ ਗੱਲ ਰਹੀ ਬੇਟਾ 2 ਮੋਡਿਊਲ ਜਿਹੜੇ ਵੱਖਰੇ ਨੇ, ਜਿਹੜੇ ਲਿਸਨਿੰਗ ਜਿਹੜੇ ਰਾਈਟਿੰਗ ਨੇ ਤੇ ਜਿਹੜੇ ਸਪੀਕਿੰਗ ਹੈ। ਜਿਹੜਾ ਤਾਂ ਰਾਈਟਿੰਗ ਮੋਡਿਊਲ ਹੈ, ਰਾਈਟਿੰਗ ਮੋਡਿਊਲ ਦੇ ਵਿੱਚ ਜੇ ਤਾਂ ਗੱਲ ਕਰੋ ਕੁਐਸਚਨਸ ਦੀ, ਬੇਟਾ ਕੁਐਸਚਨਸ ਆਰ ਫ੍ਰੀਲੀ ਅਵੇਲੇਬਲ ਆਨਲਾਈਨ। ਉਹ ਆਨਲਾਈਨ ਤੁਹਾਨੂੰ ਕੁਐਸਚਨ ਜਿਹੜੇ ਨੇ ਅਵੇਲੇਬਲ ਹੋ ਜਾਣਗੇ। ਅਗਰ ਕੈਂਬਰਿਜ ਦੇ ਪੇਪਰ ਦੇ ਕੁਐਸਚਨਸ ਚਾਹੀਦੇ ਨੇ, ਉਹ ਤੁਹਾਨੂੰ 17 ਜਿਹੜੇ ਬੁੱਕਸ ਹੈਗੇ ਨੇ ਉਹਨਾਂ ਵਿੱਚੋਂ ਰਾਈਟਿੰਗ ਦੇ ਵੀ ਮਿਲ ਜਾਣਗੇ, ਟਾਸਕ 1 ਐਂਡ 2।
ਅਗਰ ਲੈਟਸ ਸੇ ਤੁਸੀਂ ਟਾਸਕ ਕੋਈ ਲਿਖਿਆ ਐਂਡ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਮੇਰੇ ਕਿੰਨੇ ਬੈਂਡ ਸਕੋਰ ਆਏ ਆ, 5.5 ਹੈ ਕਿ 6 ਹੈ ਕਿ 7 ਹੈ, ਉਹਦੇ ਮੈਂ ਤੁਹਾਨੂੰ ਸੈਂਪਲ ਜਿਹੜੇ ਨੇ ਫ੍ਰੀ ਆਫ ਕਾਸਟ ਅਵੇਲੇਬਲ ਤੁਹਾਨੂੰ ਕਰਵਾ ਦਿੰਨਾ। there is a website which we have created, www.advancediles.com, and that is ਕਿ ਉਹਦੇ ਤੇ ਅਸੀਂ ਪ੍ਰੋਪਰ ਜਿੰਨੀਆਂ ਵੀ ਕੈਂਬਰਿਜ ਦੀਆਂ ਬੁੱਕਸ ਨੇ ਉਹ ਅਸੀਂ ਸੋਲਵ ਕਰਕੇ ਬੈਂਡ ਬਾਏ ਬੈਂਡ ਕਿ ਲੈਟਸ ਸੇ ਇਹਦੇ 7 ਬੈਂਡ ਨੇ, ਇਹਦੇ 5.5 ਬੈਂਡ ਨੇ, ਇਹਦੇ 6 ਬੈਂਡ ਨੇ, ਜੋ ਕੈਂਬਰਿਜ ਨੇ ਪ੍ਰਿਸਕ੍ਰਾਈਬ ਕੀਤਾ ਉਸ ਹਿਸਾਬ ਨਾਲ ਅਸੀਂ ਫ੍ਰੀਲੀ ਅਵੇਲੇਬਲ ਕਰਵਾ ਰਹੇ ਹਾਂ ਵੈਬਸਾਈਟ ਤੇ। ਉਹ ਕਿਉਂ ਕਰਵਾ ਰਹੇ ਹਾਂ? ਦੈਟ ਇਜ਼ ਕਿ ਅਗਰ ਲੈਟਸ ਸੇ ਕਿਸੇ ਬੱਚੇ ਨੇ ਆਪਣਾ ਖੁਦ ਇੰਡੀਪੈਂਡੈਂਟਲੀ ਐਨਾਲਾਈਜ਼ ਕਰਨਾ ਕਿ ਮੇਰੇ ਕਿੰਨੇ ਬੈਂਡ ਸਕੋਰ ਬਣਦੇ ਨੇ ਐਂਡ ਉਹਨੇ ਆਪਣਾ ਸੈਂਪਲ ਚੈੱਕ ਕਰਨਾ, ਤੇ ਉਹ ਵੈਬਸਾਈਟ ਤੇ ਉਹ ਦੇਖ ਸਕਦੇ ਕਿ ਅੱਛਾ ਮੈਂ ਇਹਦੇ ਨਾਲ ਦਾ ਲਿਖਿਆ ਤੇ ਮੇਰੇ ਇੰਨੇ ਕੁ ਬੈਂਡ ਬਣਦੇ ਨੇ। ਐਂਡ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪਰਸਨਲ ਤੁਹਾਨੂੰ ਰਿਵਿਊ ਮਿਲੇ ਐਂਡ ਤੁਹਾਨੂੰ ਪਰਸਨਲ ਤੁਹਾਨੂੰ ਰਿਕਮੈਂਡੇਸ਼ਨ ਮਿਲੇ ਕਿ ਇਹਦੇ ਵਿੱਚ ਆਹ ਗਲਤ ਸੀਗਾ, ਤੇਰੇ ਉਹਦੇ ਵਿੱਚ ਯੂਰ ਟਾਸਕ ਵਿੱਚ ਆਹ ਗਲਤ ਸੀਗਾ, ਕੁਛ ਸੀਗਾ, ਤੇ ਤੁਹਾਨੂੰ ਮੈਂ ਇੱਕ ਨੰਬਰ ਦੇ ਰਿਹਾ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ, ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਆਪਣਾ ਟਾਸਕ ਸੈਂਡ ਕਰ ਸਕਦੇ ਹੋ ਬੜੇ ਆਰਾਮ ਨਾਲ, ਐਂਡ ਮਾਈ ਟੀਮ ਵਿਲ ਬੀ ਲਿਟਰਲੀ ਹੈਲਪਿੰਗ ਯੂ ਇਨ 24 ਆਵਰਸ ਜਾਂ 48 ਆਵਰਸ ਵਿੱਚ ਤੁਹਾਨੂੰ ਇੱਕ ਪ੍ਰੋਪਰ ਤੁਹਾਨੂੰ ਰਿਵਿਊ ਮਿਲ ਜਾਏਗਾ, ਪ੍ਰੋਪਰ ਆਡੀਓ ਰਿਕਾਰਡਡ ਕਿ ਇਹਦੇ ਵਿੱਚ ਆਹ ਪ੍ਰੋਬਲਮ ਹੈ, ਇਹਦੇ ਵਿੱਚ ਤੁਸੀਂ ਅਗਰ ਇਦਾਂ ਲਿਖ ਦਿੰਦੇ ਤੇ ਇਹਦੇ ਇੰਨੇ ਬੈਂਡ ਆ ਜਾਣੇ ਸੀਗੇ। ਐਂਡ ਸੇਮ ਇਜ਼ ਦ ਕੇਸ ਫॉर द ਸਪੀਕਿੰਗ ਐਜ਼ ਵੈਲ। ਅਗਰ ਤੁਸੀਂ ਚਾਹੁੰਦੇ ਹੋ ਕਿ ਸਪੀਕਿੰਗ ਤੁਹਾਡੀ 1-to-1 ਹੋਵੇ ਐਂਡ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਤੁਹਾਡੇ ਪ੍ਰੋਪਰ ਕਿੰਨੇ ਬੈਂਡ ਆਉਂਦੇ ਨੇ, ਤੇ ਤੁਸੀਂ ਉਹ ਵੀ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਐਂਡ ਤੁਹਾਡੀ ਆਨਲਾਈਨ ਸਪੀਕਿੰਗ ਕਿਹੜਾ ਸ਼ਡਿਊਲ ਕਰਕੇ ਵੀ ਕੈਨ ਲਿਟਰਲੀ ਗਾਈਡ ਯੂ ਫॉर दैट। ਐਂਡ ਇਫ ਯੂ ਵਾਂਟ ਕਿ ਤੁਹਾਡੇ ਸਪੀਕਿੰਗ ਦੇ ਤੁਹਾਡੇ ਆਈਡੀਆਜ਼ ਨਹੀਂ ਕਲੀਅਰ ਹੋ ਰਹੇ ਜਾਂ ਤੁਹਾਨੂੰ ਸੈਂਪਲ ਕਿਊ ਕਾਰਡ ਚਾਹੀਦੇ ਨੇ, ਬੇਟਾ ਦੇ ਆਰ ਆਲਸੋ ਫ੍ਰੀਲੀ ਅਵੇਲੇਬਲ ਔਨ ਦ ਵੈਬਸਾਈਟ। ਸੋ ਉਹ ਵੈਬਸਾਈਟ ਤੇ ਤੁਹਾਨੂੰ ਪ੍ਰੋਪਰ ਤੁਹਾਡੇ ਨਾ ਕਹ ਲਓ ਕਿ ਕੈਟਾਗਰੀਜ਼ ਬਣੀਆਂ ਹੋਈਆਂ ਨੇ, ਜਿਹਦੇ ਵਿੱਚ ਕਹ ਲਓ ਕਿ ਪ੍ਰੋਪਰ ਰੀਡਿੰਗਸ ਜਿਹੜੀ ਹੈਗੇ ਨੇ ਸੋਲਵ ਕੀਤੀਆਂ ਹੋਈਆਂ ਨੇ, ਪ੍ਰੋਪਰ ਰਾਈਟਿੰਗ ਜਿਹੜੇ ਹੈਗੇ ਉਹ ਐਲੈਬੋਰੇਸ਼ਨ ਹੋਈਆਂ ਟੌਪਿਕਸ ਦੀਆਂ, ਐਂਡ ਟਾਸਕ 1 ਐਂਡ ਟਾਸਕ 2 ਪ੍ਰੋਪਰ ਸੋਲਵਡ ਹੈਗੇ ਨੇ, ਐਂਡ ਈਵਨ ਕਿਊ ਕਾਰਡ ਦੇ ਵੀ ਆਈਡੀਆਜ਼ ਨੇ। ਸੋ ਪ੍ਰੋਪਰ ਕੈਟਾਗਰੀਜ਼ ਨੂੰ ਅਗਰ ਤੁਸੀਂ ਦੇਖੋਗੇ ਔਨ ਦ ਵੈਬਸਾਈਟ, ਦੇ ਵਿਲ ਬੀ ਵੈਰੀ ਹੈਲਪਫੁਲ ਫॉर ਯੂਰ ਓਨ ਨੌਲੇਜ ਐਂਡ ਈਵਨ ਅਗਰ ਤੁਸੀਂ ਆਪਣੇ ਲੈਵਲ ਤੇ ਆਇਲਸ ਦੀ ਪ੍ਰੈਪਰੇਸ਼ਨ ਕਰ ਰਹੇ ਹੋ। ਸੋ ਉਮੀਦ ਹੈ ਜੋ ਮੈਂ ਗੱਲਾਂ ਕਹੀਆਂ ਤੁਸੀਂ ਇਹਨਾਂ ਗੱਲਾਂ ਨੂੰ ਇੱਕ ਵਾਰੀ ਕਰਕੇ ਦੇਖੋਗੇ। ਐਂਡ ਮੇਰੀ ਗੱਲ ਇੱਕ ਯਾਦ ਰੱਖਿਓ ਬੇਟਾ, ਅਗਰ ਤੁਸੀਂ ਇੱਕ ਸੁਪਨਾ ਦੇਖਿਆ ਹੋਇਆ ਕੈਨੇਡਾ ਜਾਣ ਦਾ, ਉਹਨੂੰ ਪੂਰੇ ਕਰਨ ਲਈ ਤੁਹਾਨੂੰ ਰਾਹ ਲੱਭ ਜਾਣਗੇ, ਬਟ ਉਹ ਰਾਹ ਤੇ ਤੁਰਨਾ ਪਏਗਾ, ਠੀਕ ਹੈ। ਸੋ ਜਿੰਨਾ ਵੀ ਮੈਂ ਤੁਹਾਨੂੰ ਆਹ ਕਿਹਾ ਚੀਜ਼ਾਂ ਸਮਝਾਈਆਂ ਨੇ, ਚਾਹੇ ਪ੍ਰੈਕਟਿਸ ਹੋਵੇ ਚਾਹੇ ਉਹਦੀ ਪ੍ਰੈਪਰੇਸ਼ਨ ਹੋਵੇ, ਉਹਨਾਂ ਨੂੰ ਅਗਰ ਤੁਸੀਂ ਆਪਣੇ ਲੈਵਲ ਦੇ ਘਰੇ ਕਰੋਗੇ ਐਂਡ ਪ੍ਰੋਪਰ ਟਾਈਮ ਕੱਢ ਕੇ ਕਰੋਗੇ, then it will be a very good thing for you, and ਤੁਸੀਂ ਆਪਣੇ ਆਇਲਸ ਦੀ ਪ੍ਰੈਪਰੇਸ਼ਨ ਖੁਦ ਕਰ ਸਕਦੇ ਹੋ। ਐਂਡ ਅਗਰ ਤੁਹਾਡੀ ਆਇਲਸ ਦੀ ਪ੍ਰੈਪਰੇਸ਼ਨ ਹੋ ਗਈ ਐਂਡ ਤੁਹਾਨੂੰ ਪੇਪਰ ਫਿਲ ਕਰਨ ਵਿੱਚ ਪ੍ਰੋਬਲਮ ਆ ਰਹੀ ਹੈ, ਫਿਰ ਉਸੇ ਮੈਂ ਕਹਿੰਦਾ ਉਸੇ ਨੰਬਰ ਤੇ ਕੰਟੈਕਟ ਕਰੋ, ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ ਐਂਡ ਤੁਹਾਡਾ ਪੇਪਰ ਫਿਲ ਕਰਵਾ ਦਾਂਗੇ। ਸੋ ਸਾਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਬਟ ਐਂਡ ਆਫ ਦਾ ਡੇ ਮਿਹਨਤ ਕਰਨ ਵਾਲੇ ਬਣੋ, ਦੈਟ ਇਜ਼ ਵੈਰੀ ਇੰਪੋਰਟੈਂਟ। ਅਗਰ ਮਿਹਨਤ ਕਰੋਗੇ ਤੇ ਸਕਸੈਸ ਖੁਦ ਬ ਖੁਦ ਤੁਹਾਡੇ ਸਾਹਮਣੇ ਆਏਗਾ। ਸੋ ਥੈਂਕ ਯੂ ਐਵਰੀਬਡੀ ਐਂਡ ਬਲੈਸ ਯੂ।